रहीम नाज़रीन अस्सलाम वालेकुम। मैं हूं आतिफ आरिफ और आप देख रहे हैं मेरी राय चैनल। आज हम मौजूद हैं हरबंसपुरा के करीब मंडी जो मवेशिया भी लगी है कुर्बानी के जानवरों के लिए। इधर हम देखते हैं क्योंकि कीमती आसमान पर बातें कर रही हैं और जो खरीदार हैं वो इस टाइम परेशानी में है क्योंकि जो पिछले साल 1 लाख का जानवर था वो इस मरतबा जो है वो 3-3 लाख में उसका रेट चल रहा है। ये आप देखें जानवर तो खूबसूरत है लेकिन व्यापारियों का एक अपना ही सिलसिला चल रहा है। अभी हम बात करेंगे जो लोग खरीदार हैं जो खरीदने के लिए आए हैं उनसे भी पूछेंगे और व्यापारियों से भी पूछेंगे कि क्यों इतना रेट ज्यादा चल रहा है और क्या वजह है कि महंगाई क्या बहुत ज्यादा आसमान को छू रही है। अभी बात करते हैं हम। तो जो रेट चल रहा है इस टाइम मार्केट में और जो बकरे का रेट है वो पता किया आपने कितने का? हाँ जी, बहुत ज्यादा रेट बता रहे हैं। कितना मसलन? तकरीबन बकरे का ही 1,80 2 लाख। अच्छा सही। तो अब ये जानवर खरीदा है वो कितने का खरीदा? हमें 2,30 2,60 सही जानवर खरीदा। सही जानवर खरीदा? हाँ जी। चलो बहुत शुक्रिया। दसो कि पिछले साल की निस्बत इस साल बहुत ज्यादा रेट आज महंगाइयां ने हुण वेखो जी घ्यो अजकल चलदा पिया 550 ਨੂੰ 600 ਨੂੰ तो हुण ਅਸੀਂ ਕੀ ਕਰੀਏ ਪੈਟਰੋਲ ਕਿੱਥੇ ਪਹੁੰਚਿਆ ਪਿਆ ਹੈ। ਨਹੀਂ ਤੇ ਤੁਹਾਨੂੰ ਅਸੀਂ ਤਾਨੇ ਆ ਵੀ ਜੇ ਤੁਹਾਨੂੰ 500 ਨੂੰ ਕਿਲੋ ਲੱਭ ਜਾਵੇ ਗੋਸ਼ਤ ਅਸੀਂ ਸਾਨੂੰ ਪਿੱਛੋਂ 400 ਨੂੰ ਲੱਭੇ 450 ਨੂੰ ਲੱਭੇ ਤੁਹਾਨੂੰ 500 ਨੂੰ ਦੇਵੀਏ ਗੱਲਾਂ ਤੇ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂਜੀ। क्या ਤੁਹਾਨੂੰ ਹਕੂਮਤ ਵੱਲੋਂ ਕੋਈ ਸਹੂਲਤ ਮਿਲ ਰਹੀ ਹੈ ਕਿ ਸਰ ਜੀ ਲਾਈਏ ਗੱਲ ਮੇਰੀ ਗੱਲ ਸੁਣ ਲਓ। ਹਕੂਮਤ ਕਹਿੰਦੀ ਹੈ ਕਿ ਅਸੀਂ ਮੁਕੰਮਲ ਸਹੂਲਤ ਦਿੱਤੀ ਹੈ ਹਾਂਜੀ ਤੇ ਕਿਆ ਤੁਹਾਨੂੰ ਇਹਦਾ ਕਿਰਾਇਆ ਦੇਣਾ ਪੈਂਦਾ ਉਸ ਉਹਦੇ ਰੇਟ 'ਚ ਇਜ਼ਾਫਾ ਨਹੀਂ ਸਰ ਜੀ ਕਿਰਾਏ ਸ਼ਰਾਏ ਵਾਲੀ ਕੋਈ ਗੱਲ ਨਹੀਂ। ਹਾਂਜੀ ਹਕੂਮਤ ਦੀ ਇਹ ਮਿਹਰਬਾਨੀ ਜਿੰਨਾ ਸਾਨੂੰ ਜਗ੍ਹਾ ਦਿੱਤੀ ਏ ਠੀਕ ਹੈ। ਅੱਗੇ ਵਿੱਚ ਆਣ ਕੇ ਪਾਰਟੀਆਂ ਉਹਨਾਂ ਮੀਆਂ ਜਿਹੜਾ ਇਹਨਾਂ ਸਾਨੂੰ ਤਾਂ 5 ਮਰਲੇ ਦਿੰਦੇ ਹਨ ਉਹਦੇ ਚ ਖੁੱਲੇ ਨਹੀਂ ਰਖਿੰਦੀ ਆਈ। ਨਹੀਂ ਹੁਣ ਮੇਰੀ ਗੱਲ ਸੁਣੋ ਅੱਡ ਕੇ ਰਹਿ ਗਈ ਗੱਲ ਇਹ ਪਾਣੀ ਪੂਣੀ ਦੀ ਉਹ ਤੁਸੀਂ ਖੁਦ ਵੀ ਵੇਖ ਰਹੇ ਜੇ ਕਿਧਰੇ ਹੌਦੀ ਪਾਣੀ ਵਾਲੀ ਬਣੀ ਹੋਈ ਏ ਤਾਂ ਮੰਡੀ ਵਿੱਚ ਵੜੇ ਜੇ ਹੌਦੀ ਪਾਣੀ ਵਾਲੀ ਵੜੀ ਹੋਈ ਏ ਤੇ ਦੱਸੋ ਮੁੜ ਕਿਤੋਂ ਪਾਣੀ ਪਿਆ ਵੀ ਆਦੇ ਪੰਪ ਲਵਾ ਕੇ 60 ਲੱਖ ਰੁਪਇਆ ਖਰਚਾ ਕਰਕੇ ਪਾਣੀ ਲਵਾਈ ਬੈਠੇ ਆ ਤੇ ਆਹ ਪਾਣੀ ਪਿਆਉਂਦੇ ਪਏ ਆ। ਦੱਸ ਦਿਓ ਵੀ ਹੁਣ ਹੌਦੀ ਕਿੱਥੇ ਤੇ ਪਾਣੀ ਯਾਨੀ ਕਿੱਥੇ। ਤੁਹਾਡੇ ਆਪਣੇ ਮਸਲੇ ਮਸਾਇਲ ਤੇ ਬਹੁਤ ਨੇ ਆ ਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਤੇ ਮੈਂ ਗੱਲ ਤਸਲੀਮ ਕਰ ਲਈ ਤੁਹਾਡੀ ਕਿ ਮੈਂ ਉਥੋਂ ਆਇਆ ਹਾਂ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ। ਮੇਰਾ ਸਵਾਲ ਤੁਹਾਡੇ ਕੋਲ ਆਇਆ ਵੇ ਕਿ ਦੇਖੋ ਹੁਣ ਤੁਸੀਂ ਜਿਹੜਾ ਮਸਲਾ ਬਿਆਨ ਕੀਤਾ ਨਾ ਅਸੀਂ ਹੁਣ ਆਮ ਆਵਾਮ ਦਾ ਵੀ ਮਸਲਾ ਬਿਆਨ ਕਰਨਾ ਨਾ ਅੱਗੇ। ਉਹ ਮਸਲਾ ਹੈ ਵੇ ਕਿ ਪਿਛਲੇ ਸਾਲ ਜਿਹੜਾ ਜਾਨਵਰ 1,30,000 ਦਾ ਮਿਲ ਰਿਹਾ ਸੀ ਅੱਜ ਉਹ ਯਾਨੀ 20,000 ਦਾ ਫਰਕ ਆ ਨਹੀਂ 20 ਦਾ ਨਹੀਂ 3 ਲੱਖ 3.5 ਲੱਖ ਪੁੱਛ ਰਹੇ ਨੇ। ਹਾਂਜੀ ਸਾਡੀ ਇਹ ਹੁਣ ਪਿੱਛੋਂ ਬਾਹਰ ਤੋਂ ਲੱਭੇ ਜੀ ਸਾਨੂੰ ਹੁਣ 3 ਦਾ ਤੇ ਅਸੀਂ ਬੱਚਿਆਂ ਦੀ ਰੋਜੀ ਵਾਸਤੇ ਲਿਆਣੇ ਆ ਤੇ ਸਾਨੂੰ ਜੋ ਦਵਾਨੀ ਨਾ ਬਚੇ ਤਾਂ ਅਸੀਂ ਕਿਵੇਂ ਦੇ ਦੇਈਏ? ਤੁਹਾਨੂੰ ਦਵਾਨੀ ਤਾਂ ਬਚਣੀ ਚਾਹੀਦੀ ਅੱਲਾਹ ਦੀ। ਇਹ ਤੇ ਗੱਲ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਲੇਕਿਨ 800 ਨੂੰ ਰੇਟ ਸੀ ਪਿਛਲੇ ਤਾਂ 800 ਨੂੰ ਗੋਸ਼ਤ ਹੈਗਾ ਸੀ ਕੀ ਰੇਟ ਲਾਹੌਰੇ ਚ ਗੋਸ਼ਤ ਲੈ ਰਹੇ ਜੀ 1400 1600 ਹਾਂਜੀ ਤੇ ਦੱਸੋ ਤੁਸੀਂ ਹੁਣ ਖੁਦ ਸੱਚੇ ਹੋ ਜਾਂ ਜੇ ਅਗਰ 1600 ਹੀ ਲਾਈਏ ਤੇ ਜਦੋਂ ਕੁਰਬਾਨੀ ਦਾ ਜਾਨਵਰ ਅਸੀਂ ਲੈਣ ਕੁਰਬਾਨੀ ਦਾ ਜਾਨਵਰ ਤੁਹਾਨੂੰ ਵੀ ਪਤਾ ਹੈ ਵੀ ਇਹਦਾ ਰੇਟ ਤਾਂ ਜਿਹੜਾ ਨਾ ਵਜ਼ਨ ਦਾ ਰੇਟ ਨਹੀਂ ਹੁੰਦਾ ਇਹ ਸ਼ੌਕ ਦਾ ਮੁੱਲ ਹੁੰਦਾ ਜੀ। ਅਸੀਂ ਵੀ ਸ਼ੌਕ ਦਾ ਭਰਨੇ ਅੱਗੂ ਤੁਸੀਂ ਵੀ ਸ਼ੌਕ ਦਾ ਹੀ ਭਰਦੇ ਜੀ। ਠੀਕ ਹੋ ਗਿਆ ਯਾਨੀ ਕਿ ਤੁਹਾਡੇ ਮਸਲੇ ਯਾਨੀ ਅੱਗੇ ਕੁਰਬਾਨੀ ਤੋਂ ਹਟ ਕੇ ਜਿਹੜਾ ਹੈ ਨਾ ਉਹ ਤੁਹਾਨੂੰ ਪਤਾ ਹੈ ਗੋਸ਼ਤ ਕੀ ਰੇਟ ਮਿਲਦਾ ਹੈ ਅਸੀਂ ਵੀ ਉਸ ਰੇਟ ਦੇਣਾ ਹੁੰਦਾ ਹੈ ਬਜਟ ਨਾਲ ਤੁਸੀਂ ਵੀ ਲੈਣਾ ਹੁੰਦਾ ਹੈ ਲੇਕਿਨ ਸਾਡੀਆਂ ਵੀ ਮਜਬੂਰੀਆਂ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਮੈਂ ਤੁਹਾਡੇ ਕੋਲ ਛੋਟੀ ਜਿਹੀ ਚੀਜ਼ਾਂ ਪੁੱਛਣਾ ਪਿਆ ਬਾਈ ਜਰਾ ਕੈਮਰਾ ਇੱਧਰ ਵੀ ਕਰਨਾ ਜਾਨਵਰਾਂ ਵਾਲਾ ਤੇ ਤੁਸੀਂ ਆਪਣੀ ਗੱਲ ਜਾਰੀ ਰੱਖੋ। ਤੁਸੀਂ ਇਹ ਦੱਸੋ ਕਿ ਮਤਲਬ ਕਿ ਇਹ ਜਾਨਵਰ ਇੱਕ ਸਾਹਮਣੇ ਖੜਾ ਹੈ ਤੇ ਤੁਸੀਂ ਇਹ ਦੱਸੋ ਕਿ ਇਹਦਾ ਕੀ ਰੇਟ ਹੈਗਾ ਇਸ ਟਾਈਮ ਚੱਲ ਰਿਹਾ ਇੱਕ ਆਮ ਸਰ ਜੀ ਰੇਟ ਹੁਣ ਤੁਹਾਡੇ ਸਾਹਮਣੇ ਹੀ ਹੈ। ਹੁਣ ਤੁਸੀਂ ਕਸਟਮਰ ਜੇ ਤੁਸੀਂ ਇਹਦਾ ਲਾਓਗੇ 31 ਤੇ ਅਸੀਂ ਹੁਣ ਜੇ ਲਿਆ ਹੋਵੇ 2.25 ਦਾ ਤੇ ਉਹ ਕਿਵੇਂ ਸੌਦਾ ਹੋਏਗਾ? ਨਹੀਂ ਬਿਲਕੁਲ ਨਹੀਂ ਹੋਏਗਾ। ਤੇ ਫਿਰ ਦੱਸੋ ਨਹੀਂ ਤੁਸੀਂ ਕੀ ਚਾਹੁੰਦੇ ਹੋ ਕਿ ਹਕੂਮਤ ਵਾਲੇ ਵਾਸਤੇ ਕੀ ਕਰੇ? ਨਹੀਂ ਹਕੂਮਤ ਵਿਚਾਰੀ ਦਾ ਗੁਨਾਹ ਹੀ ਨਹੀਂ ਹੈ। ਹਕੂਮਤ ਹੁਣ ਪਿੰਡਾਂ ਚ ਨਹੀਂ ਗਈ। ਜਿਸ ਬੰਦੇ ਨੇ ਕੁਰਬਾਨੀ ਕਰਨੀ ਉਹਦਾ ਕੀ ਗੁਨਾਹ? ਹੁਣ ਮੇਰੀ ਗੱਲ ਸੁਣ ਜਦੋਂ ਸਾਨੂੰ ਰੇਟ ਪਿੱਛੋਂ ਮਹਿੰਗਾ ਮਿਲਣਾ ਤਾਂ ਅਸੀਂ ਵੀ ਦੇਣਾ ਹੈ। ਹਕੂਮਤ ਦਾ ਤਾਂ ਰੇਟ ਤਾਂ ਵੀ ਗੁਨਾਹ ਹੋਵੇ ਜੇ ਸਾਡੇ ਨਾਲ ਜਾ ਕੇ ਸਾਨੂੰ ਖਰੀਦ ਕੇ ਦਿੰਦੇ ਹੋ। ਮੇਰਾ ਵੀ ਦਿਲ ਵਾਲੇ ਸਵਾਲ ਜਿਹਾ ਸਵਾਲ ਸੁਣ ਲਓ। ਮੈਂ ਇੱਕ ਮਾੜਾ ਆਦਮੀ ਮੇਰੀ ਕੋਈ ਮਿੱਲਾਂ ਨਹੀਂ ਚਲਦੀਆਂ ਮੈਂ ਇੱਕ ਤਨਖਾਹਦਾਰ ਆਦਮੀ ਹਾਂ ਮੈਂ ਕੁਰਬਾਨੀ ਕਰਨੀ ਹੈ ਅੱਲਾਹ ਵਾਸਤੇ ਐਵੇਂ ਗੱਲ ਠੀਕ ਹੈ ਨਾ। ਮੇਰੀ ਤਨਖਾਹ 40,000 ਇੱਕ ਮਿਸਾਲ ਦੇ ਰਿਹਾ ਮੈਂ ਸਾਲ ਬਾਅਦ ਆਨਾ ਵਾ ਲੱਭਣ ਵਾਸਤੇ ਤੇ ਮੈਨੂੰ ਵੀ ਤਾਂ ਕੋਈ ਇਹ ਚੀਜ਼ ਨਜ਼ਰ ਆਣੀ ਚਾਹੀਦੀ ਹੈ ਨਾ ਕਿ ਮੈਂ ਇੱਕ ਮਾੜਾ ਆਦਮੀ ਕੋਈ ਮਾੜਾ ਹੀ ਜਾਨਵਰ ਲੈ ਲਵਾਂ ਕੋਈ ਜ਼ਰੂਰੀ ਨਹੀਂ ਹੁੰਦਾ ਤਗੜਾ। ਬਿਲਕੁਲ ਤੁਹਾਡੀ ਗੱਲ ਮੇਰੀ ਸਮਝ ਚ ਆ ਗਈ ਹੈ। ਕੋਈ ਐਸੀ ਤੁਸੀਂ ਕੁਲੀਆ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਮਿਲ ਸਕਦਾ ਮਾੜੇ ਆਦਮੀ ਨੂੰ ਜਾਨਵਰ ਕਿਉਂਕਿ ਮਾੜੇ ਆਦਮੀ ਜਾਂ ਕਿਸ਼ਤਾਂ ਤੇ ਮਿਲ ਸਕਦਾ ਕਦੀ ਇੰਜ ਹੋਇਆ? ਨਹੀਂ ਸਰ ਜੀ ਜਦੋਂ ਸਾਨੂੰ ਨਹੀਂ ਕਿਸ਼ਤਾਂ ਤੇ ਮਿਲਦਾ ਤਾਂ ਤੁਹਾਨੂੰ ਕਿੱਥੋਂ ਦੇਈਏ? ਨਹੀਂ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ
ਲੇਕਿਨ ਮੈਂ ਤੁਹਾਡੇ ਕੋਲ ਇੱਕ ਸਵਾਲ ਕਰ ਰਿਹਾ, ਤੁਸੀਂ ਵੀ ਮਾੜੇ ਹੋ, ਤੁਸੀਂ ਵੀ ਸਾਰੇ ਬੱਚਿਆਂ ਦੀ ਰੋਟੀ ਸਾਡੀ ਜੀ ਸਾਡੀ ਕਮੇਟੀ ਆਦਾ ਕਿ ਫੈਕਟਰੀਆਂ ਚਲੀਆਂ ਹੁੰਦੀਆਂ ਤੇ ਸਾਨੂੰ ਕਿਹੜੀ ਲੋੜ ਹੈ ਇਦਾਂ ਕੇ ਧੱਕੇ ਖਾਵਾਂ ਦੀ ਬਾਰਿਸ਼ਾਂ ਵਿੱਚ। ਇਹ ਸਾਡੇ ਕੱਪੜੇ ਵੇਖੋ, ਜੁੱਤੀਆਂ ਵੇਖੋ, ਮਾਸ਼ਾਅੱਲਾ ਤੁਹਾਡੀ ਜੁੱਤੀ ਕੱਪੜਾ ਵੇਖੋ ਸਾਫ਼ ਹੈ। ਅਸੀਂ ਵੀ ਬੱਚਿਆਂ ਦੀ ਰੋਟੀ ਲੈ ਮੈਂ ਤਾਂ ਇਹੀ ਕਰ ਸਕਦਾ। ਲੇਕਿਨ ਗੱਲ ਆ ਵੇ ਕਿ ਮੈਂ ਜਿਹੜਾ ਤੁਹਾਡੇ ਕੋਲ ਸਵਾਲ ਪੁੱਛਿਆ ਨਾ, ਮੈਨੂੰ ਸਿਰਫ ਸਾਡੀ ਪਿਛਲੇ ਸਾਲ ਨੂੰ ਇਸ ਵਾਰੀ ਜ਼ਿਆਦਾ ਮੰਗਿਆਈ ਹੈ। ਕਿਉਂ? ਹਾਂ, ਮਹਿੰਗਾਈ ਜ਼ਿਆਦਾ ਠੀਕ ਹੈ ਨਾ। ਹਾਂਜੀ, ਹੁਣ ਮਜਬੂਰੀ ਇਹ ਹੈ ਕਿ ਤੁਸੀਂ ਪੂਰੀ ਹਕੂਮਤ ਦਾ ਨਾਂ ਲੈ ਰਹੇ ਕਿ ਮਹਿੰਗਾਈ ਹਕੂਮਤ ਦੀ ਵਜ੍ਹਾ ਨਾਲ ਜ਼ਿਆਦਾ ਕਿ ਆਮ ਆਦਮੀ ਦੀ ਵਜ੍ਹਾ ਨਾਲ ਮੇਰੀ ਜ਼ਿਆਦਾ? ਗੱਲ ਸੁਣੋ ਜੀ, ਹਕੂਮਤ ਦਾ ਤਾਂ ਨਾਂ ਤਾਂ ਲਈਏ ਜੀ ਉਹਨੇ ਵੀ ਉਹਨਾਂ ਕੋਲੇ ਅਸੀਂ ਖਰੀਦ ਕੇ ਲਿਆਂਦਾ, ਸਾਨੂੰ ਉਹਨਾਂ ਮਹਿੰਗਾ ਦੇ ਦਿੱਤਾ ਹੈ। ਹੁਣ ਇਸ ਬੰਦੇ ਸਾਨੂੰ ਮਹਿੰਗਾ ਦਿੱਤਾ ਤਾਂ ਅਸੀਂ ਇਸ ਬੰਦੇ ਦਾ ਨਾਂ ਲੈਣਾ ਹੈ। ਓਹੋ ਅੱਲਾ ਵਾਲਿਓ, ਇਹ ਚੀਜ਼ਾਂ ਕੰਟਰੋਲ ਕਰਨਾ ਹਕੂਮਤ ਦਾ ਕੰਮ ਹੈ, ਸਾਡਾ ਕੰਮ ਨਹੀਂ। ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ, ਦੱਸਣ ਦੀ ਲੋੜ ਹੀ ਨਹੀਂ ਮੈਂ ਪੈਂਦੀ। ਦੱਸ ਰਿਹਾ ਨਾ, ਇਹ ਤੁਸੀਂ ਡੱਬੀ ਪਾਈ ਹੈ ਸਿਗਰਟਾਂ ਦੀ, ਹਾਂਜੀ ਠੀਕ ਹੈ ਨਾ। ਹਕੂਮਤ ਪਿੱਛੋਂ ਰੇਟ ਕੱਢਦੀ ਹੈ ਕਿ ਇਹ ਰੇਟ ਹੈ, ਇਹ ਤੇ ਇੰਨਾ ਟੈਕਸ ਹੈ। ਹਾਂਜੀ, ਉਸ ਤੋਂ ਉੱਤੇ ਜਿਹੜਾ ਵੇਚੇਗਾ ਉਹਨੂੰ 76 ਹੀ ਵਜਣੇ ਚਾਹੀਦੇ ਨੇ ਕਿ ਨਹੀਂ ਵਜਣੇ ਚਾਹੀਦੇ? ਬਿਲਕੁਲ ਵਜਣੇ ਚਾਹੀਦੇ ਉਹਨੂੰ ਨੇ। ਕਿੰਨੇ ਮਾਰਨੇ ਨੇ? ਮੈਂ ਮਾਰਨੇ ਨੇ, ਤੁਸੀਂ ਮਾਰਨੇ ਨੇ ਕਿ ਹਕੂਮਤ ਨੇ ਮਾਰਨੇ ਨੇ? ਅੱਛਾ ਸਰ ਜੀ, ਹੁਣ ਤੁਹਾਡੀ ਗੱਲ ਇੱਥੇ ਹੀ ਆ ਗਈ। ਇਹ ਹੁਣ ਤੁਸੀਂ ਸਾਡੀ ਪਰਵਰਿਸ਼ ਵਾਸਤੇ ਆਏ ਨੇ ਨਾ, ਇੱਥੇ ਪਰਵਰਿਸ਼ ਵਾਸਤੇ ਆਏ ਨੇ। ਇਹ ਤਾਂ ਤੁਹਾਨੂੰ ਵੀ ਖੁਦ ਨੂੰ ਪਤਾ ਹੋਣਾ ਚਾਹੀਦਾ, ਪਿੱਛੇ ਗੱਲ ਕਰਨੀ ਚਾਹੀਦੀ। ਮਹਿੰਗਾਈ ਇੱਥੇ ਵਿੱਚ ਅਸੀਂ ਕੀ ਇਸੇ ਵਾਸਤੇ ਤੁਹਾਡੇ ਕੋਲ ਆਏ ਹਾਂ ਕਿ ਦੇਖੋ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ, ਕਿ ਪਾਣੀ ਮੌਜੂਦ ਨਹੀਂ, ਪਾਣੀ ਵੀ ਨਹੀਂ, ਤੁਹਾਨੂੰ ਜਗ੍ਹਾ ਦਿੱਤੀ ਹੈ ਮਾਸ਼ਾਅੱਲਾ ਹਕੂਮਤ ਨੇ ਸਾਨੂੰ ਜਗ੍ਹਾ ਦੇ ਦਿੱਤੀ, ਉਹਨਾਂ ਦਾ ਕੋਈ ਮਸਲਾ ਮਸਲਾ ਨਹੀਂ। ਬਾਕੀ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਕਿ ਤੁਹਾਨੂੰ ਜਾਨਵਰ ਵਾਸਤੇ ਹਾਂਜੀ ਪੰਪ ਨਾ ਲਾਣਾ ਪਵੇ, ਤੁਹਾਨੂੰ ਕੁਛ ਨਾ ਲਾਣਾ ਪਵੇ। ਮੈਂ ਤੁਹਾਡੇ ਵਾਸਤੇ ਹੀ ਆਇਆ ਵਾਂ। ਹਾਂਜੀ, ਆਪਣਾ ਤਾਂ ਅਸੀਂ ਰੋਣਾ ਹੀ ਰੋਣਾ ਹੈ। ਹਾਂਜੀ, ਤੁਹਾਡਾ ਰੋਣਾ ਲੋਕਾਂ ਨੂੰ ਇਸ ਵਾਸਤੇ ਸੁਣਾਣਾ ਹੈ ਕਿ ਇਹ ਜਿਹੜੇ ਭਾਈ ਜਿਹੜੇ ਪ੍ਰਦੇਸ਼ਾਂ ਚੋਂ ਆਉਂਦੇ ਨੇ ਨਾ ਜਾਨਵਰ ਲੈ ਕੇ, ਇਹਨਾਂ ਨੂੰ ਜਦੋਂ ਤੁਸੀਂ ਜਗ੍ਹਾ ਦਿੰਦੇ ਹੋ ਤੇ ਉੱਥੇ ਪਾਣੀ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ। ਉਹ ਵਿਚਾਰੇ ਆਪਣਾ ਪੰਪ ਕਿਉਂ ਲਾਣ? ਹਾਂਜੀ ਸਰ ਜੀ, ਹੁਣ ਤੁਸੀਂ ਅੱਗੇ ਗੱਲ ਕਰਨੀ ਹੈ ਵੀ ਉਹ ਵਿਚਾਰੇ ਗਰੀਬ ਹੋਣੀ ਕੀ ਕਰਨ। ਇਹ ਤੁਹਾਡੇ ਤੋਂ ਇਲਾਵਾ ਵੀ 2-3 ਆਪਣੇ ਸਾਥੀਆਂ ਨਾਲ ਗੱਲ ਕਰਕੇ ਨਾ ਤੁਹਾਡੇ ਨਾਲ, ਤੇ ਇਨਸ਼ਾਅੱਲਾ ਤਾਲਾ ਐਨਜੀ ਅਪਲੋਡ ਹੋਏਗਾ। ਇਹਦੇ ਚ ਕੋਈ ਕਟਿੰਗ ਨਹੀਂ ਕੀਤੀ। ਤੁਹਾਨੂੰ ਆ ਜਾਣੀ ਤੁਸੀਂ ਕਿਹਾ ਨਾ ਇਹ ਤੁਸੀਂ ਕਰਦੇ ਪੈ ਜੇ, ਉਹ ਤੁਹਾਨੂੰ ਕੁਰਬਾਨੀ ਲਾ ਕੇ ਆ ਜਾਣੀ ਹੈ। ਨਹੀਂ ਉੱਥੇ ਕੋਈ ਹੁੱਦੀ ਨਹੀਂ ਪਾਈ। ਕੱਲ ਚੜ ਜਾਣਾ ਜੇ, ਕੱਲ ਚੜਿਆ ਹੋਣਾ ਹੈ, ਤੁਸੀਂ ਟੈਨਸ਼ਨ ਨਹੀਂ ਲੈਣੀ। ਇਹ ਦਿਖਾਓ ਬਾਕੀ ਇਹਨਾਂ ਨੇ ਜਿਹੜੀ ਮੰਡੀ ਇੱਧਰ ਆਓ, ਤੁਸੀਂ ਇੱਧਰ ਆਓ, ਆਪਣੀ ਗੱਲ ਕਰਨਾ ਚਾਹੁੰਦੇ ਤੇ ਆਓ, ਜਿਸ ਭਾਈ ਨੇ ਗੱਲ ਕਰਨੀ ਆਓ। ਆਓ ਕਿਸੇ ने आना थे तंबू कोने इधर आओ जी, तंबू ऐसे आधे लाए बैठे हैं। अच्छा इधर गर्मी है। ये और हमारे भाई व्यापारी आए हैं, इनकी भी बात सुने आप। ये भाई ये क्या कहना चाह रहे हैं, इनके मसाइल क्या है? क्योंकि देखें जब तक हम इनके मसाइल नहीं देखेंगे बात नहीं बनेगी। उसकी वजह है कि हम तो अपनी महंगाई का रोना रोते हैं, लेकिन इनके मसाइल भी सुनना हमारा कोई काम है। बताएं आपको यहाँ पर ਹੁਣ ਪੰਜਾਬੀ ਚ ਆ ਜਾਣਾ ਕਿਉਂਕਿ ਤੁਸੀਂ ਪੰਜਾਬੀ ਜ਼ਿਆਦਾ ਸਮਝਦੇ ਹੋ ਉਰਦੂ ਦੀ ਨਿਸਬਤ। ਤੇ ਇਹ ਦੱਸੋ ਅੱਲਾ ਲਿਓ ਕਿ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਕਿਹੜੀ ਚੀਜ਼ ਦੀ ਕਮੀ ਹੈ? ਹੁਣ ਇਹਨਾਂ ਨੇ ਭਾਈ ਇਹਨਾਂ ਨੇ ਪਾਣੀ ਦਾ ਦੱਸਿਆ, ਤੁਸੀਂ ਕੀ ਕਹਿ ਰਹੇ? ਸਾਡੇ ਕੋਲ ਜੇ ਇੱਥੇ ਕਮੀ ਹੈ ਨਾ, ਸਾਡੇ ਕੋਲ ਤੰਬੂ ਹੈਗਾ, ਹਕੂਮਤ ਨੇ ਨਾ ਤੰਬੂ ਦਿੱਤੇ ਹੈਗੇ, ਨਾ ਸਾਨੂੰ ਪਾਣੀ ਦੀ ਇੱਥੇ ਸਹੂਲਤ ਹੈਗੀ, ਨਾ ਸਾਨੂੰ ਇੱਥੇ ਜਗ੍ਹਾ ਵੀ ਐਵੇਂ ਬਸ ਐਵੇਂ ਬਾਈ ਚਾਂਸ ਇੱਕ ਦੂਜੇ ਦੇ ਵਿੱਚ ਵੱਜੇ ਖੜੇ ਹੈਗੇ ਆ। यानी कि जगह ਤੁਸੀਂ ਕਹਿ ਰਹੇ ਹੋ ਖੁੱਲੀ ਨਹੀਂ ਹੈਗੀ? ਖੁੱਲੀ ਨਹੀਂ ਹੈਗੀ। ਜਿਸ ਹਿਸਾਬ ਨਾਲ ਤੁਸੀਂ ਜਾਨਵਰ ਲੈ ਆਏ ਨਾ ਲਾਈਟ ਹੈ ਸਾਡੇ ਕੋਲ ਇੱਥੇ। ਅੱਛਾ, ਕੋਈ ਸਹੂਲਤ ਨਹੀਂ ਸਾਡੇ ਕੋਲ ਹੈਗੀ ਜੀ ਇੱਥੇ। ਉਹ ਅਸੀਂ ਖਰਚੇ ਸਾਰੇ ਇਹਨਾਂ ਜਾਨਵਰਾਂ ਤੇ ਪਾਵਣੇ ਹੈਗੇ ਨੇ। ਅਸੀਂ ਇਨਸ਼ਾਅੱਲਾ ਤਾਲਾ ਤੇ ਮਹਿੰਗਾਈ ਤਾਂ ਹੋਣੀ ਹੈ ਕਿ ਨਹੀਂ ਹੋਣੀ? ਬਿਲਕੁਲ ਬਿਲकुल ਤੁਹਾਡੀ ਗੱਲ ਠੀਕ ਹੈ। ਤੁਹਾਡੀ ਗੱਲ ਮੈਂ ਸਮਝ ਗਿਆ ਕਿ ਤੁਸੀਂ ਕਹਿੰਦੇ ਹੋ ਸਾਡੇ ਕੋਲ ਪਾਣੀ ਦੀ ਸਹੂਲਤ ਨਹੀਂ, ਸਾਡੇ ਕੋਲ ਤੰਬੂ ਦੀ ਸਹੂਲਤ ਨਹੀਂ, ਸਾਨੂੰ ਚੀਜ਼ਾਂ ਜਿਹੜੀਆਂ ਨੇ ਬਾਹਰੋਂ ਉਹ ਤੁਸੀਂ ਕਹਿ ਰਹੇ ਹੋ 60,000 ਦਾ ਪੰਪ ਲਵਾਈਏ ਤੇ ਜ਼ਾਹਿਰ ਖਰਚਾ ਅਸੀਂ ਇਹਦੇ ਵਿੱਚੋਂ ਹੀ ਕੱਢਣਾ। ਤੁਸੀਂ ਅਸੀਂ ਡੰਗਰ ਤੇ ਪਾਵਣਾ 60,000 ਜ਼ਾਹਿਰ ਤੁਸੀਂ ਔਰ ਕੋਲ ਵਸੂਲ ਕਰਨਾ ਜਿਹੜਾ ਬੰਦਾ ਖਰੀਦਦਾਰ ਆਇਆ। ਬਿਲਕੁਲ ਇਹ ਤੁਹਾਡੀ ਗੱਲ ਸਮਝ ਆਉਂਦੀ। ਦੇਖੋ ਇਹੀ ਗੱਲ ਪੁੱਛਣਾ ਅਸੀਂ ਆਏ ਕੀ ਵਜ੍ਹਾ ਹੈ कि लाख वाला जानवर जड़ा वे पिछले साल 3 लाख च मिल रहा है। मजीद हम नाज़रीन आपको आगे चल के बताते हैं, इनके मसाइल बताए हैं, बाकी साथियों से मिलते हैं, उनके मसाइल भी पूछते हैं, फिर हम आपको बताते हैं। बहुत शुक्रिया। मैं पूछने लगा वहाँ पिछले साल रेट थी एक चीज लैन जाने था एडा ही बच्चा वो लाख सवा लाख ही सन मिलता सी पहले 1.5 ज्यादा। हाँ जी, आज रेट तुसी कह रहे हो की रेट है? माशाल्लाह 3.5 लाख रुपए मांग रहे हैं। 3.5 लाख रुपया। पहले ए बच्चा नहीं होएगा, इस तो बच्चा होड़ा होएगा। ये पौने 4 मना बच्चा है। ठीक है, साइज दे विच फर्क है, साइज दा फर्क हुंदा है। तुसी समझदे हो रेट च कोई फर्क नहीं पिया? रेट च फर्क पिया है, बस कहंदे 100 दे विच 10% फर्क पिया। 100 चो 10% फर्क पिया। ऐसे ही बकरे दा ਇਹ ਭਾਈ ਨਾ अस्सलाम वालेकुम भाई, ਇਹ ਬੱਕਰੇ ਦਾ ਹੁਣ ਇਸ ਟਾਈਮ ਮੌਜੂਦਾ ਰੇਟ ਕੀ ਚੱਲ ਰਿਹਾ? ਮਤਲਬ ਮਾਸ਼ਾਅੱਲਾ ਬੜੇ ਖੂਬਸੂਰਤ ਬੱਕਰੇ ਨੇ। ਇਹਦਾ ਭਾਜੀ ਇਸ ਟਾਈਮ ਜਿਹੜਾ ਨਾ 1.15 ਜੇ 1.15 ਇੱਕ ਦਾ। ਹਾਂਜੀ ਹਾਂਜੀ, ਯਾਨੀ ਕਿ ਪਿਛਲੇ ਸਾਲ ਅਗਰ ਅਸੀਂ ਜਾਈਏ, ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦਾ, ਮੈਂ ਆਪਣਾ ਕੋਈ ਨਹੀਂ ਦੱਸਣਾ ਚਾਹੁੰਦਾ ਕਿ ਪਿਛਲੇ ਸਾਲ ਅੱਡੇ ਹੀ ਬੱਕਰੇ ਦਾ ਰੇਟ ਕੀ ਸੀ? 80 70 75 80 ਦੇ ਰੋਣ ਬੋਣ, ਯਾਨੀ ਕਿ ਡਬਲ ਹੋ ਗਿਆ। ਯਾਨੀ ਤੁਸੀਂ ਸਮਝਦੇ ਹੋ ਕਿ ਮਹਿੰਗਾਈ ਇਸ ਲੈਵਲ ਤੇ ਚਲੀ ਗਈ ਹੈ ਕਿ ਰੇਟ ਡਬਲ, ਤੁਹਾਨੂੰ ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ।
ਹੁੰਦਾ। ਬਿਲਕੁਲ ਤੁਹਾਡੇ ਖਰਚੇ ਨਹੀਂ ਪੂਰੇ ਹੁੰਦੇ, ਪੱਠੇ ਨਹੀਂ ਲੱਭਦੇ, ਪੂਰੀ ਮੰਡੀ ਫਿਰ ਲਵੋ, ਪੱਠੇ ਨਹੀਂ ਮਿਲਦੇ। ਇਹ ਦੇਖੋ ਹੁਣ ਪਿੱਛੇ ਮੈਂ ਪੁੱਛਿਆ, ਉਹਨਾਂ ਨੇ ਪਾਣੀ ਦਾ ਦੱਸਿਆ, ਤੰਬੂਆਂ ਦਾ ਪਾਣੀ ਦੱਸਿਆ, ਨਹੀਂ ਮਿਲਦਾ, ਪੱਠੇ ਨਹੀਂ ਮਿਲਦੇ ਭਾਜੀ। ਪੱਠੇ ਨਹੀਂ ਮਿਲ ਰਹੇ। ਮੈਂ ਉਹੀ ਕਹਿਣਾ ਕਿ ਤੁਸੀਂ ਦੇਖੋ ਲਾਈਨ ਦੇ ਵਿੱਚ ਲਾਈਨ ਵਿੱਚ ਲੱਗ ਕੇ ਪੱਠੇ ਮਿਲਦੇ ਪਏ ਨੇ। ਬਿਲकुल ਆ ਦੇਖੋ ਨਾ, ਹਕੂਮਤ ਨੂੰ ਤੁਹਾਡੀ ਆਪਣੀ ਮੁਸ਼ਕਲਾਤ ਦੱਸਿਆ ਕਰੋ। 700 रुपए मन पट्ठे ने मंडी दे विच। ये देख ले आप, पानी दी बोतल भां लैन चल जो छोटी बोतल 70 रुपए दी 80 रुपए दी मिलदी, 500 दी पट्टी बर्फ दी मिलंदी, 500 दी पट्टी दी बर्फ। देखो ना, अपने मसाइल दसोगे तो पता लगेगा ना कि महंगी क्यों चीज है। लोग तानू बुरा कहने ने, वो भी ठीक है। राजी अब आगे चलते हैं, ठीक है। बहुत शुक्रिया बहन, बहुत शुक्रिया। अपने मसाइल 3.5 लाख से कोई हल्के से हल्का बच्चा शुरू होता है और 3.5 लाख मांगते हैं हल्के से। मैक्सिमम मिनिमम जो है ना 3.5 लाख से स्टार्ट करते हैं और उसके बाद 250 के राउंड अबाउट है, उसके मतलब उसके अंडर है ना, मतलब वो ये आपकी बात बिल्कुल ठीक है। अब मैं अपनी बात की तरफ आने लगा। बिस्मिल्लाह। अब मैं आपसे ये पूछना चाह रहा हूँ कि 1 साल पहले जी मैं पिछली ईद की बात कर रहा हूँ, उससे तो बहुत ज्यादा हाई रेट है ना। पिछली ईद पे 1,20,000 25,000 30,000 इस दौरान में बच्चा मिल जाता था। अब मैंने बकरे का भी छोटे 2 बकरों का 2 लाख रुपया वो इतने मैंने इस पहले वीडियो बनाई है उससे, तो मैंने कहा इसको मैं लगा गया, कहते जी हमें नहीं देना खर्चा। वो कह रहे हैं खर्चा बड़ा एक्सपेंसिव हो गया। मैंने वो सारी चीजें ली है एक्सपेंसिव, मैंने सारे नोट किए हैं। हाँ जी। मैं ये नहीं कर रहा कि मैं व्यापारियों को यहाँ पर कसूरवार ठहरा रहा हूँ। जी जी। मैं अभी वहाँ पर देख के आया हूँ कि व्यापारियों के पास 2-3 पट्टों की मशीनें लगी है, लाइन लगी। जी 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 बिल्कुल ऐसा ही है। उनके अपने मसाइल है। पानी जो है वो मोटर, चंद एक मोटर पानी बेच रहे हैं हिसाब से, ठीक है ना। उन्होंने भी वो चीजें यहीं से निकालनी है। मैं आपसे ये पूछना चाह रहा हूँ कि एक नॉर्मल आदमी जो कुर्बानी कर लेता था ना, जिसकी तनख्वाह जिसे कह सकते हैं 25,000 35,000 40,000, अब तो वो अपना घर का राशन कुर्बानी कैसे करेगा? अब ऐसा है कि उसकी रेंज से बाहर हो गई है कुर्बानी। दूसरा ये है कि इन लोगों की जो व्यापारी लोग हैं इनके लिए भी काफी ना फाइनेंशियली तौर पर हर्डल्स हैं जो उन्हें फेस करना पड़ रही हैं, और उसकी वजह से बहुत सारे जो जितने भी कस्टमर्स आ रहे हैं ना, वो परचेज करने के लिए ईद की कुर्बानी अपने बच्चों को अपनी फैमिलीज को साथ लाकर, तो उनके लिए सौदा तय करना बड़ा मुश्किल हो गया नहीं अब आज के दौर में बनिस्बत पिछले साल के दौर को तो हम छोड़ देते हैं ना। पिछले साल के इसका हल क्या है? इसका मैं तो आपसे इसका मैं तो बता ही दूंगा। इसका हल ये कि कम से कम मंडी के अंदर कुछ ऐसी चीजें व्यापारियों को फैसिलिटेट करना चाहिए कि जिनकी वजह से उनके लिए आसानी और आने वाले जो कस्टमर्स हैं उनके लिए वो थोड़ी सी ऑटोमेटिकली थोड़ी सी राहत कर देंगे। वरना पूरा साल वो 2 साल एक जानवर को इतने बड़े जानवर जो है, हसनैन भाई इधर करी जरा, ये तकरीबन 2 से 2.5 साल का जानवर होगा। पूरे 2 से 2.5 साल तक इस जानवर पर जनाब उन्होंने लागत की है, खर्चा किया, और बाद में माशाल्लाह अब 2 लाख तो वो 2,25,000 का सेल हुआ। और पूरे 2 साल के बाद आप ये भी अंदाजा लगाएं कि 2 साल एक जानवर के ऊपर खर्चा किया जाए ना 2,25,000, तो उसमें से उसकी बचत क्या उसके लिए काफी। हाँ जी, ये देखो मेरा जो असल में पॉइंट ऑफ व्यू है ना, मैं अगर यहाँ पर वीडियो बनाने आया हूँ, जी जी बिल्कुल, मेरा ये मसला नहीं है। हाँ जी हाँ जी, कि यहाँ पर ये महंगाई की वजह से चीज इतने की बिक रही है। हाँ जी। मेरा मसला ये है कि मैं ये पूछना चाह रहा हूँ कि एक आम आदमी कैसे इसको सफर करता है कि ये कैसे इतने रेट में हो। सारी आम आदमी तो पॉसिबल नहीं रह गया अब आज के दौर में। इस टाइम पीरियड में एक आम नॉर्मल बंदे के लिए जिसकी सैलरी तकरीबन 30 से 35-40 हज़ार या 50 हज़ार है, उसके लिए ये बड़ी कुर्बानी में वो शेयरिंग तो कर सकता है लेकिन परचेज नहीं कर सकता। शेयरिंग भी नहीं कर सकता। शेयरिंग हाँ जी 32,000। फिर दूसरा ये कि जब वो छोटी कुर्बानी की तरफ जाता है तो छोटी कुर्बानी 1 लाख 1.5 2 पौने लाख से स्टार्ट होती है, तो मिनिमम वो 1 लाख 1.25 लाख के अंदर एक बकरा छतरा सेल करते हैं। लेकिन वो मैं आपको एक बड़ी बात बताने लगा जाते जाते, ये आपके इल्म में नहीं होगी, ये मैं आपको 100% जितने बंदे हैं ना मैं चैलेंज करता हूँ, अगर उनके इससे पहले इल्म में थी ना तो वो मुझे बताएं, बिल्कुल रोके, बल्कि मुझे जूते मारे। जी जी, मैं अब आपको ये बताने लगा, मेरी एक बंदे से बात हुई है जो इज्तिमाई कुर्बानी करता है। हाँ जी, मैं आपको ये दीन के नाम पर जो व्यापार कर रहे हैं ना लोग, मैं उनका बताने लगा हूँ। मैं आपको कहेंगे तो मैं उस बंदे तक भी ले जाऊंगा। ठीक है, वो बंदा इज्तिमाई कुर्बानी इकट्ठी करता है, इज्तिमाई कुर्बानी करता है। किसी मजहबी जमात से मैं नाम नहीं लेना चाहता, ठीक है ना, मैं मजहबी जमात किसी को टारगेट नहीं करता क्योंकि हमारे लिए सब काबिल एहतराम है। बिल्कुल सही। वो बंदा कहता है, उसके अपने अल्फाज है कि मैं 1 करोड़ रुपया 1 साल में इज्तिमाई कुर्बानी से कमाता हूँ, मुझे बताएं वो कैसे लोगों का क्या कर रहा हो।
ये स्वाब का काम। बिल्कुल ये स्वाब की जगह पे वो गुनाह खुदा की कसम मैं कलमा का पढ़कर कहता हूँ, उस बंदे का कहना था कि 1 करोड़ रुपया मैं इज्तिमाई कुर्बानी से लेता हूँ, और उसका कहना क्या था, उसका मौलवी और कौन करता था, मौलवी बेचने 3 पानी मैं तो बेचन तो रहा। अल्लाह ताला। अच्छा यहाँ पर हम एक छोटी सी बात ये कर सकते हैं, हम इज्तिमाई होने के लिए हिदायत की दुआ कर सकते हैं। अल्लाह कुरान में कहता है हिदायत उसको देते ही नहीं जो लेना नहीं चाहता, जो लेना नहीं जानता। देखिए अल्लाह के हदीसें आप जितनी भाई जब तक किसी नु मैं ना हिदायत देवा ना बंदा लाख कोशिशां कर लवे ओनू हिदायत नहीं मिल सकती, हिदायत भी ओनू मिलदी जे अल्लाह ताला फरमांदा है कुरान हदीसे पाक के अल्लाह दे नबी ने फरमाया कि जेड़ा मेरे तरफ 1 कदम आंदा ना, अल्लाह ताला कहंदा मेरी तरफ 1 कदम आंदा मैं 2 कदम उठदा। हदीसे कुदसी है। मकसद है वे कि असली ज़बानी कलामी इस्लाम दी हद तक रह गया, यानी इसका मतलब ये कि हमने इस्लाम का लबादा उड़ा हुआ है और लेकिन उसमें रियलिटी हमारी नहीं है। इसीलिए तो मार पड़ रही है फलस्तीन में, इसलिए मार पड़ रही है हर जगह पे, सही बात, हर जगह पे मार क्यों पड़ रही है? हमारे अपने अमाल दुरुस्त नहीं है, हम एक दूसरे पर उंगली उठाते हैं, जैसे मैं आप पर उठा लूं, जैसे अभी ना मसलन अभी एक और भी जबरदस्त सी बात है कि आज हम कुर्बानी के लिए निकले हुए हैं लेकिन हम फलस्तीन के लिए नहीं निकले। आप निकल के आपको जूते मारते हैं सड़कों पर, अफसोस की बात, झंडा नहीं उठा सकते आप जब तक आपकी हुकूमत इजाजत ना दे। मुझे बताएं 3 साल, आपको पता है 3 साल में कितने फलस्तीनी शहीद हुए हैं? 1 लाख के करीब बच्चे, और मैं कहता हूँ मैं भी मोबाइल से वीडियो निकाल के दिखा सकता हूँ बच्चों की लाशों की। हमारी तो बेस चीज ये है कि हम उनके लिए दुआ भी नहीं करते, अल्लाह ताला दिल से दुआ भी नहीं करते यार। वो पानी से बिलक रहे हैं, वो गुजार से बिलक रहे हैं, लेकिन हमारे यहाँ क्या है? चाइना ने 60,00,000 के 60,000 के करीब, चाइना मुसलमान मुल्क है, मुझे बताएं नहीं मुसलमान मुल्क है, इंसानियत है ना। लेकिन यहाँ पर आप चले जाएं, यहाँ पूरी मंडी में फिर ले, मुझे बताएं आपको पानी फ्री कौन पिलाता? पानी है ही नहीं। वैसे मैं एक बात पिलाना पिलाने के लिए तैयार है, पानी आपने पीना तो परचेज भाईजान। असल में वो आखिर में मैं आपको बता दूं, फलसफा हुसैन रजी अल्लाह ताला अन्हा, उसको जो बंदा समझ गया ना उसकी दुनिया बदल गई। हम हुसैनी है ही नहीं, हम फलसफा हजरत हुसैन समझ नहीं सके, जिनको शहादत से कितने साल पहले ये पैगाम दे दिया कि आप जन्नती जवानों के सरदार हैं। सही बात। और शहादत कब हुई? उसके काफी देर बाद। क्या वो अगर शहादत ना भी देते, आपके लिए ना भी खड़े होते, क्या वो जन्नती जवानों के सरदार नहीं थे? थे ना, बेशक हैं, रहेंगे भी। हमारे लिए तो ये एक बहुत बड़ी मिसाल है कि हजरत हुसैन का जो फलसफा है ना, मैं आपको बताऊं, हम शिया हो सुन्नी हो जो भी हो, फलसफा हुसैन से इतने दूर चले गए हैं कि हक पे हम यहाँ पर ये नहीं कह रहे कि यार एक बंदा 50,000 चीज का ज्यादा मांग रहा है, आप सारे इकट्ठे होंगे, यार भाई तेरा मुनाफा भी है लेकिन इतना होना चाहिए। जो बंदा बहुत कम कीमत लगा रहा है उसको कहे यार ये ऐसे नहीं, कोई मिलता जुलता, तो ऐसे मामला चलते हैं, लेकिन हम यहाँ से चलते नहीं। आखिर में आप मुझे, मेरे चैनल से, मेरी राय चैनल है, आप क्या पैगाम देना चाहेंगे? पैगाम तो यही है सर कि जो महंगाई है उस पर जरा खास तौर पर गवर्नमेंट को फोकस करना चाहिए कि कम से कम महंगाई पर वो तवज्जो दें, ताकि जो महंगी चीजें हैं वो थोड़ा बहुत जो सस्ती हो सके। ये भाई बकरे की मानी दाएं ये पता क्या बात है, मैं असल में सियासी भी लोग नहीं करने हैं, उसकी वजह पता क्या, अगर मैं सियासत में बोलूँ ना तो ये सारा मजमा भी आप इकट्ठा कर लेना। हाँ जी, मैं आपको सही बता रहा हूँ, मैं दलील के साथ जवाब दे सकता हूँ कौन क्या कर रहा है, कौन क्या नहीं कर रहा, लेकिन इस टाइम मेरा टॉपिक नहीं है। असल में ना पहले हमें ठीक होना पड़ेगा, मैं ये समझता हूँ। सही बात है, फिर हम क्रिटिसाइज करेंगे हुकूमतों को। सर जी, इस्लाम जिंदा होता है हर करबला के बाद, लेकिन ये कि हम ओवरऑल तमाम मुसलमानों को ये नहीं कह सकते कि हमने करबला से हुसैनियत सीखी नहीं। अगर आज हमारे घरों में माएँ बहनें अपने अपने स्टेटस पर कायम है ना, तो इसका मतलब ये है कि हमने दरसे हुसैनियत सीखा हुआ है, शुक्र अल्हम्दुलिल्लाह। रही बात ये दुनिया साजी की, दुनियादारी की, तो ये महंगाई है, कोई मुनाफा ज्यादा ले रहा है तो कोई कम ले रहा है। अच्छा, आपके मुनाफे से मैं सिर्फ जाते जाते जवाब दे जाऊं कि कम नाप तोल और मुनाफाखोरी पर कुरान में बिल्कुल वहीद है कि अजाब आए हैं, वो कौमें तबाह कर दी गई है, लिहाजा आप इसको बड़ा गुनाह समझे। बिल्कुल सही। मैं चाहता हूँ कि अल्लाह आपको भी और हमें भी सबको मिलकर जो है ना वो सबकी खिदमत करने की कोशिश है। और इंशाल्लाह नाज़रीन, अगली जो मंडी है ना उस पे जाके फिर मैं आपको मजीद बताऊंगा रेट क्या चल रही है। शुक्रिया, बहुत शुक्रिया।